ਹੈਲੋ ਦੋਸਤੋ, ਸਵਾਗਤ ਹੈ ਤੁਹਾਡਾ ਰਾਜਨੀਤੀ ਪ੍ਰਣਾਲੀ ਦੇ ਚੌਥੇ ਵੀਡੀਓ 'ਚ। ਇਸ ਤੋਂ ਪਹਿਲਾਂ ਆਪਾਂ ਰਾਜਨੀਤੀ ਪ੍ਰਣਾਲੀ ਦੇ ਸੰਬੰਧ ਵਿੱਚ ਅਰਥ, ਪਰਿਭਾਸ਼ਾਵਾਂ ਅਤੇ ਵਿਸ਼ੇਸ਼ਤਾਵਾਂ 'ਤੇ ਵੀਡੀਓ ਕਰ ਚੁੱਕੇ ਹਾਂ ਅਤੇ ਆਪਣਾ ਚੌਥਾ ਵੀਡੀਓ ਹੈ ਰਾਜਨੀਤੀ ਪ੍ਰਣਾਲੀ ਦੇ ਕਾਰਜ 'ਤੇ। ਆਪਣੇ ਸਿਲੇਬਸ ਦੇ +2 ਦੇ ਸਿਲੇਬਸ ਦੇ ਹਿਸਾਬ ਨਾਲ ਰਾਜਨੀਤੀ ਪ੍ਰਣਾਲੀ ਦੇ ਕਾਰਜ ਦੇ ਵਿੱਚ ਅਸੀਂ ਡੀ.ਵੀ. ਡਿਸਟਨ ਨੂੰ ਪੜ੍ਹਾਂਗੇ। ਡੀ.ਵੀ. ਡਿਸਟਨ ਨੇ ਜੋ ਰਾਜਨੀਤੀ ਪ੍ਰਣਾਲੀ ਦੇ ਕਾਰਜ ਬਾਰੇ ਦੱਸਿਆ ਹੈ। ਅਤੇ ਚਲੋ ਸ਼ੁਰੂ ਕਰਦੇ ਹਾਂ ਵੀਡੀਓ ਫਿਰ। ਇਸ ਤੋਂ ਪਹਿਲਾਂ ਪੈਨ ਪੇਪਰ ਲੈ ਕੇ ਜ਼ਰੂਰ ਬੈਠੋ, ਪੈਨ ਕਾਪੀ, ਅਤੇ ਮੇਨ ਪੁਆਇੰਟਾਂ ਨੂੰ ਲਿਖੋ ਨਾਲ ਸੁਣਦੇ ਵੇਲੇ। ਅਤੇ ਉਸ ਤੋਂ ਬਾਅਦ ਦੁਬਾਰਾ ਰੀਵਾਈਜ਼ ਕਰਕੇ ਤੁਸੀਂ ਵੀਡੀਓ ਦੇਖ ਕੇ ਤੁਸੀਂ ਇੱਕ ਵਧੀਆ ਨੋਟਸ ਬਣਾ ਸਕਦੇ ਹੋ। ਤਾਂ ਸ਼ੁਰੂ ਕਰਦੇ ਹਾਂ। ਡੀ.ਵੀ. ਡਿਸਟਨ ਅਨੁਸਾਰ ਰਾਜਨੀਤੀ ਪ੍ਰਣਾਲੀ ਦੇ ਦੋ ਮੁੱਖ ਕੰਮ ਹਨ: ਨਿਵੇਸ਼ ਕੰਮ ਜਾਂ ਨਿਵੇਸ਼ ਕਾਰਜ ਅਤੇ ਨਿਕਾਸ ਕਾਰਜ। ਇਸ ਨੂੰ ਡੀ.ਵੀ. ਡਿਸਟਨ ਰਾਜਨੀਤੀ ਪ੍ਰਣਾਲੀ ਦੇ ਨਿਵੇਸ਼ਾਂ ਨੂੰ ਨਿਕਾਸਾਂ ਵਿੱਚ ਬਦਲਣ ਦੀ ਪ੍ਰਕਿਰਿਆ ਵੀ ਆਖਦਾ ਹੈ। ਅਗਰ ਗੱਲ ਕਰਦੇ ਹੈ ਦੂਸਰੇ ਬੜੇ ਰਾਜਨੀਤੀ ਪ੍ਰਣਾਲੀ ਦੇ ਸਪੋਰਟਰ ਆਲਮੰਡ ਦੀ, ਅਤੇ ਉਹ ਵੀ ਇਹਨਾਂ ਦੇ ਨਾਲ ਸਹਿਮਤ ਹਨ। ਆਉਂਦੇ ਹੁਣ ਕਿ ਵੀ ਨਿਵੇਸ਼ ਕਾਰਜ ਕੀ ਹੁੰਦੇ ਹਨ। ਇਹਨੂੰ ਸਮਝਣ ਲਈ ਬਹੁਤ ਵਧੀਆ ਖੰਡ ਮਿਲ ਦਾ ਉਦਾਹਰਨ ਦਿੱਤਾ ਡੀ.ਵੀ. ਡਿਸਟਨ ਨੇ। ਡੀ.ਵੀ. ਡਿਸਟਨ ਕਹਿੰਦੇ ਹਨ ਕਿ ਜਿਵੇਂ ਇੱਕ ਖੰਡ ਮਿਲ ਨੂੰ ਚਲਾਉਣ ਲਈ ਗੰਨਾ, ਬਿਜਲੀ, ਤੇਲ, ਪਾਣੀ ਆਦਿ ਕੱਚੇ ਮਾਲ ਦੇ ਰੂਪ ਵਿੱਚ ਨਿਵੇਸ਼ ਦੀ ਲੋੜ ਪੈਂਦੀ ਹੈ, ਅਤੇ ਫਿਰ ਉਹ ਖੰਡ ਮਿਲ ਇਸ ਨੂੰ ਇਹਨਾਂ ਕੱਚੇ ਮਾਲਾਂ ਦਾ ਇਸਤੇਮਾਲ ਕਰਕੇ ਇੱਕ ਪ੍ਰੋਸੈਸ ਕਰਕੇ ਖੰਡ ਤਿਆਰ ਕਰਦਾ ਹੈ। ਸੇਮ ਵੇ ਦੇ ਵਿੱਚ ਰਾਜਨੀਤੀ ਪ੍ਰਣਾਲੀ ਨੂੰ ਵੀ ਕੱਚੇ ਮਾਲ ਦੀ ਰੂਪ ਵਿੱਚ ਨਿਵੇਸ਼ ਦੀ ਲੋੜ ਪੈਂਦੀ ਹੈ। ਅਤੇ ਡੀ.ਵੀ. ਡਿਸਟਨ ਨਿਵੇਸ਼ ਨੂੰ ਦੋ ਭਾਗਾਂ ਵਿੱਚ ਵੰਡਦੇ ਹਨ: ਮੰਗਾਂ ਦੇ ਰੂਪ ਵਿੱਚ ਨਿਵੇਸ਼ ਅਤੇ ਸਮਰਥਨ ਦੇ ਰੂਪ ਵਿੱਚ ਨਿਵੇਸ਼। ਅਗਰ ਮੰਗਾਂ ਦੇ ਰੂਪ ਵਿੱਚ ਨਿਵੇਸ਼ ਦੀ ਗੱਲ ਕਰਦੇ ਹਾਂ ਅਤੇ ਡੀ.ਵੀ. ਡਿਸਟਨ ਕਹਿੰਦੇ ਹਨ ਕਿ ਵੀ ਰਾਜਨੀਤੀ ਪ੍ਰਣਾਲੀ ਵਿੱਚ 4 ਪ੍ਰਕਾਰ ਦੀਆਂ ਮੰਗਾਂ ਹੁੰਦੀਆਂ ਹਨ: ਵਸਤੂਆਂ ਅਤੇ ਸੇਵਾਵਾਂ ਦੇ ਵੰਡ ਦੀ ਮੰਗ, ਵਿਵਹਾਰ ਨੂੰ ਨਿਯਮਬੱਧ ਕਰਨ ਦੀ ਮੰਗ, ਅਤੇ ਰਾਜਨੀਤੀ ਪ੍ਰਣਾਲੀ ਵਿੱਚ ਭਾਗ ਲੈਣ ਦੀ ਮੰਗ, ਅਤੇ ਸੰਚਾਰ ਅਤੇ ਸੂਚਨਾ ਦੀ ਮੰਗ। ਜੇ ਅਸੀਂ ਇਹਨਾਂ ਪੁਆਇੰਟਾਂ ਨੂੰ ਐਕਸਪਲੇਨ ਕਰਦੇ ਹਾਂ ਅਤੇ ਵਸਤੂਆਂ ਅਤੇ ਸੇਵਾਵਾਂ ਦੀ ਵੰਡ ਦੀ ਮੰਗ ਦੀ ਗੱਲ ਕਰੀਏ, ਤੇ ਹਰ ਇੱਕ ਰਾਜਨੀਤੀ ਪ੍ਰਣਾਲੀ ਤੋਂ ਵਿਅਕਤੀ ਜਿਹੜਾ ਹੈ ਮੰਗ ਕਰਦਾ ਹੈ ਕਿ ਉਸ ਨੂੰ ਉਚਿਤ ਰੇਟ 'ਤੇ ਸਮਾਨ ਦਿੱਤੇ ਜਾਣ, ਉਚਿਤ ਮਜ਼ਦੂਰੀਆਂ ਨਿਸ਼ਚਿਤ ਕੀਤੀਆਂ ਜਾਣ, ਕੰਮ ਦੇ ਘੰਟੇ ਨਿਸ਼ਚਿਤ ਹੋਣ। ਅਤੇ ਇਸ ਦੇ ਲਈ ਰਾਜਨੀਤੀ ਪ੍ਰਣਾਲੀ ਇੱਕ ਕਾਨੂੰਨ ਬਣਾਉਂਦੀ ਹੈ ਜਾਂ ਫਿਰ ਨਿਯਮ ਬਣਾਉਂਦੀ ਹੈ, ਜਿਸ ਨੂੰ ਡੀ.ਵੀ. ਡਿਸਟਨ ਵਸਤੂਆਂ ਅਤੇ ਸੇਵਾਵਾਂ ਦੀ ਮੰਗ ਕਹਿੰਦੇ ਹਨ। ਜੇ ਅਸੀਂ ਵਿਵਹਾਰ ਨੂੰ ਨਿਯਮਬੱਧ ਕਰਨ ਦੀ ਮੰਗ ਦੀ ਗੱਲ ਕਰਦੇ ਹਾਂ, ਤਾਂ ਰਾਜਨੀਤੀ ਪ੍ਰਣਾਲੀ ਦੇ ਵਿੱਚ ਬਹੁਤ ਤਰ੍ਹਾਂ ਦੇ ਕੰਮ ਹੁੰਦੇ ਹਨ, ਬਹੁਤ ਤਰ੍ਹਾਂ ਦੇ ਵਿਵਹਾਰ ਲੋਕ ਕਰਦੇ ਹਨ, ਅਤੇ ਉਹਨਾਂ ਨੂੰ ਕਿਵੇਂ ਨਿਯਮਬੱਧ ਕਰਨਾ, ਉਹ ਇਸ ਦੇ ਵਿੱਚ ਉਸ ਦੀ ਮੰਗ ਸ਼ਾਮਿਲ ਹੈ। ਜਿਵੇਂ ਕਿ ਲੋਕਾਂ ਦੀ ਸੁਰੱਖਿਆ ਕਿਵੇਂ ਹੋ ਸਕਦੀ ਹੈ, ਲੋਕਾਂ ਦੇ ਜਿਹੜੇ ਮਸਲੇ ਹੈ ਉਸ ਨੂੰ ਕਿਵੇਂ ਸੁਲਝਾਇਆ ਜਾ ਸਕਦਾ ਹੈ, ਲੋਕਾਂ ਦੀ ਪੜ੍ਹਾਈ ਦੀ, ਸਫਾਈ ਦੀ, ਇਹਨਾਂ ਚੀਜ਼ਾਂ ਦੇ ਬਾਰੇ ਇਹਦੇ 'ਚ ਹੈ। ਸਾਫ਼ ਸਫਾਈ ਦੀ ਨਿਯਮਬੱਧ ਕਰਨ ਦੇ ਲਈ ਮੰਗ ਲੋਕ ਕਰਦੇ ਹਨ ਇੱਕ ਅੱਛਾ ਸਮਾਜਿਕ ਜੀਵਨ ਲਈ। ਅਗਰ ਅੱਗੇ ਤੀਸਰੇ ਪੁਆਇੰਟ ਦੀ ਗੱਲ ਕਰਦੇ ਤਾਂ ਰਾਜਨੀਤੀ ਪ੍ਰਣਾਲੀ 'ਚ ਭਾਗ ਲੈਣ ਦੀ ਮੰਗ। ਭਾਗ ਲੈਣ ਤੋਂ ਭਾਵ ਹੈ ਕਿ ਹਰ ਇੱਕ ਬੰਦਾ ਜਿਹੜਾ ਹੈ ਰਾਜਨੀਤੀ ਪ੍ਰਣਾਲੀ ਦੇ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੁੰਦਾ ਹੈ, ਆਪਣਾ ਹਿੱਸਾ ਚਾਹੁੰਦਾ ਹੈ, ਅਤੇ ਉਸ ਦੇ ਲਈ ਉਸਦੇ ਕੋਲ ਕੁਝ ਅਧਿਕਾਰ ਹੋਣੇ ਚਾਹੀਦੇ ਹਨ, ਜਿਵੇਂ ਕਿ ਵੋਟ ਪਾਉਣ ਦਾ ਅਧਿਕਾਰ ਹੋਵੇ, ਉਸ ਤੋਂ ਬਾਅਦ ਚੁਣਾਵ ਲੜਨ ਦਾ ਅਧਿਕਾਰ ਹੋਵੇ, ਸਾਰਵਜਨਿਕ ਅਹੁਦੇ ਪ੍ਰਾਪਤ ਕਰਨ ਦਾ ਅਧਿਕਾਰ ਹੋਵੇ, ਕਿਸੇ ਮੈਟਰ 'ਤੇ ਆਪਣੇ ਆਪ ਨੂੰ ਐਕਸਪ੍ਰੈਸ ਕਰਨ ਦਾ ਅਧਿਕਾਰ ਹੋਵੇ, ਬੇਨਤੀ ਕਰਨ ਦਾ ਅਧਿਕਾਰ ਹੋਵੇ, ਸੰਘ ਵਗੈਰਾ ਬਣਾਉਣ ਦਾ ਅਧਿਕਾਰ ਹੋਵੇ, ਪੋਲੀਟੀਕਲ ਪਾਰਟੀਜ਼ ਵਗੈਰਾ। ਅਤੇ ਇਸ ਤਰ੍ਹਾਂ ਕਰਕੇ ਉਹ ਰਾਜਨੀਤੀ ਪ੍ਰਣਾਲੀ ਵਿੱਚ ਭਾਗ ਲੈ ਸਕਦਾ ਹੈ। ਅਗਰ ਸੰਚਾਰ ਅਤੇ ਸੂਚਨਾ ਦੀ ਮੰਗ ਕਰਦੇ ਹਾਂ, ਅਤੇ ਇਸ ਪੁਆਇੰਟ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਵੀ ਰਾਜਨੀਤੀ ਪ੍ਰਣਾਲੀ ਤੋਂ ਸੂਚਨਾ ਪ੍ਰਾਪਤ ਕਰਨ ਲਈ ਵੀ ਲੋਕਾਂ ਕੋਲ ਅਧਿਕਾਰ ਹੋਣੇ ਚਾਹੀਦੇ ਆ। ਰਾਜਨੀਤੀ ਪ੍ਰਣਾਲੀ ਜੋ ਵੀ ਸ਼ਕਤੀ ਦਾ ਇਸਤੇਮਾਲ ਕਰਦਾ ਹੈ, ਉਹ ਕਿਸ ਪ੍ਰਕਾਰ ਨਾਲ ਕਰਦਾ ਹੈ, ਉਹ ਲੋਕਾਂ ਨੂੰ ਕਿਵੇਂ ਪਤਾ ਲੱਗੇਗਾ, ਔਰ ਲੋਕ ਕਿਵੇਂ ਇਸ ਚੀਜ਼ ਦੇ ਵਿੱਚ ਆਪਣਾ ਸਹਿਯੋਗ ਦੇ ਪਾਉਣਗੇ, ਇਹ ਸਾਰੀ ਚੀਜ਼ ਇਸ ਦੇ ਵਿੱਚ ਸ਼ਾਮਿਲ ਹੈ। ਅਸੀਂ ਕਹਿ ਸਕਦੇ ਹਾਂ ਕਿ ਵੀ ਜਿਹੜਾ ਨੀਤੀ ਨਿਰਮਾਣ ਹੁੰਦਾ ਹੈ, ਜਾਂ ਫਿਰ ਸੰਕਟ ਦੇ ਵਿੱਚ ਜੋ ਵੀ ਸ਼ਕਤੀਆਂ ਹੁੰਦੀਆਂ ਲੋਕਾਂ ਕੋਲ, ਜਾਂ ਰਸਮੀ ਜਾਂ ਗੈਰ ਰਸਮੀ ਜਿਹੜਾ ਵੀ ਪ੍ਰਭਾਵ ਹੈ ਰਾਜਨੀਤੀ 'ਤੇ, ਉਹ ਉਹਨਾਂ ਨੂੰ ਰਾਜਨੀਤਿਕ ਸੰਚਾਰ ਦੇ ਅਤੇ ਸੂਚਨਾ ਦੇ ਵਿੱਚ ਸ਼ਾਮਿਲ ਕਰਦੇ ਹਨ ਡੀ.ਵੀ. ਡਿਸਟਨ। ਅੱਗੇ ਆਪਾਂ ਚੱਲਦੇ ਹਾਂ ਸਮਰਥਨ ਦੇ ਰੂਪ ਵਿੱਚ ਨਿਵੇਸ਼। ਅਤੇ ਸਮਰਥਨ ਦੇ ਰੂਪ ਵਿੱਚ ਨਿਵੇਸ਼ ਨੂੰ ਵੀ 4 ਭਾਗਾਂ 'ਚ ਵੰਡਦੇ ਹਨ। ਭੌਤਿਕ ਸਮਰਥਨ ਤੋਂ ਭਾਵ ਹੈ ਕਿ ਵੀ ਕਿਸ ਤਰੀਕੇ ਨਾਲ ਭੌਤਿਕ ਰੂਪ 'ਚ ਸਮਰਥਨ ਦਿੱਤਾ ਜਾਵੇ। ਜਿਵੇਂ ਕਿ ਹਰ ਇੱਕ ਰਾਜਨੀਤਿਕ ਪ੍ਰਣਾਲੀ ਨੂੰ ਭਰਤੀ ਦੇ ਲਈ ਲੋਕਾਂ ਦੀ ਲੋੜ ਪੈਂਦੀ ਹੈ, ਸੇਵਾਵਾਂ ਦੇਣ ਲਈ, ਜਿਵੇਂ ਕਿ ਸੈਨਿਕ ਸੇਵਾਵਾਂ ਹੋ ਗਈਆਂ ਜਾਂ ਫਿਰ ਸਿਵਲ ਸੇਵਾਵਾਂ ਹੋ ਗਈਆਂ।
ਉਸ ਤੋਂ ਬਾਅਦ ਟੈਕਸ ਵਗੈਰਾ ਪੇ ਕਰਨ ਦੀ ਗੱਲ ਹੁੰਦੀ ਹੈ, ਤੇ ਇਹ ਵੀ ਇਸ ਦੇ ਵਿੱਚ ਭੌਤਿਕ ਰੂਪ ਦੇ ਵਿੱਚ ਆਪਾਂ ਸ਼ਾਮਿਲ ਕਰ ਸਕਦੇ ਹਾਂ। ਤੇ ਉਸ ਤੋਂ ਬਾਅਦ ਹੁਕਮ ਪਾਲਣਾ ਦਾ ਸਮਰਥਨ। ਹੁਕਮ ਪਾਲਣਾ ਦੀ ਗੱਲ ਕਰਦੇ ਹਾਂ ਆਪਾਂ, ਤੇ ਆਗਿਆ ਮੰਨਣਾ, ਜੋ ਵੀ ਨਿਯਮ ਕਾਨੂੰਨ ਬਣੇ ਹਨ ਉਸ ਨੂੰ ਮੰਨ ਕੇ ਅਸੀਂ ਆਪਣਾ ਸਮਰਥਨ ਦਿੰਦੇ ਰਾਜਨੀਤਿਕ ਪ੍ਰਣਾਲੀ ਨੂੰ। ਉਸ ਤੋਂ ਬਾਅਦ ਹੈ ਸਹਿਭਾਗ ਦਾ ਸਮਰਥਨ। ਸਹਿਭਾਗ ਦਾ ਸਮਰਥਨ ਹੈ ਕਿ ਵੀ ਅਸੀਂ ਕਿਵੇਂ ਭਾਗ ਲੈਂਦੇ ਹਾਂ, ਲੋਕਾਂ ਕੋਲ ਅਧਿਕਾਰ ਹੋਣਾ ਚਾਹੀਦਾ ਭਾਗ ਲੈਣ ਦਾ, ਵੋਟ ਪਾਉਣ ਦਾ, ਸਰਕਾਰ ਦੇ ਅੱਛੇ ਕੰਮ ਦਾ ਪ੍ਰੇਜ਼ ਕਰਨ ਦਾ, ਅਤੇ ਬੁਰੇ ਕੰਮ ਜਾਂ ਫਿਰ ਉਹ ਕੰਮ ਜਿਹਦੇ ਨਾਲ ਲੋਕ ਸੰਤੁਸ਼ਟ ਨਹੀਂ ਹਨ ਉਹਦੇ ਖਿਲਾਫ ਆਵਾਜ਼ ਉਠਾਉਣ ਦਾ ਵੀ। ਅਤੇ ਇਸ ਤਰੀਕੇ ਨਾਲ ਅਸੀਂ ਸਹਿਭਾਗ ਸਮਰਥਨ ਦਿੰਦੇ ਹਾਂ। ਈਵਨ ਚੋਣਾਂ ਵਗੈਰਾ ਲੜਦੇ ਹਾਂ, ਵੋਟਾਂ 'ਚ ਹਿੱਸਾ ਪਾਉਂਦੇ ਹਾਂ, ਹੋਰ ਵੀ ਰਾਜਨੀਤਿਕ ਗਤੀਵਿਧੀਆਂ 'ਚ ਅਸੀਂ ਹਿੱਸਾ ਲੈਂਦੇ ਹਾਂ। ਧਿਆਨ ਅਤੇ ਸਨਮਾਨ ਸਮਰਥਨ। ਅਗਰ ਧਿਆਨ ਅਤੇ ਸਨਮਾਨ ਸਮਰਥਨ ਦੀ ਗੱਲ ਕਰਦੇ ਹਾਂ ਤਾਂ ਵੀ ਇਸ ਦੇ ਵਿੱਚ ਅਸੀਂ ਰਸਮੀ ਚਿੰਨ੍ਹ ਜਿਹੜੇ ਸਾਡੇ ਕੋਲ ਹੁੰਦੇ, ਰਸਮੀ ਸਮਾਰੋਹ ਜਿਹੜੇ ਹੁੰਦੇ, ਅਸੀਂ ਉਸ ਦੇ ਵਿੱਚ ਉਸ ਦੇ ਵੱਲ ਆਪਣਾ ਰਿਸਪੈਕਟ ਸ਼ੋਅ ਕਰਦੇ ਹਾਂ ਅਤੇ ਕਾਨੂੰਨ ਦਾ ਪਾਲਣ ਕਰਦੇ ਹਾਂ। ਹੁਣ ਇਹ ਸੀ ਆਪਣੇ ਨਿਵੇਸ਼। ਦੋ ਤਰ੍ਹਾਂ ਦੇ ਨਿਵੇਸ਼ ਦੀ ਗੱਲ ਕਰਦੇ ਆ ਡੇਵਿਡ ਈਸਟਨ, ਮੰਗਾਂ ਦੇ ਰੂਪ ਵਿੱਚ ਨਿਵੇਸ਼ ਅਤੇ ਸਮਰਥਨ ਦੇ ਰੂਪ ਵਿੱਚ ਨਿਵੇਸ਼। ਹੁਣ ਨਿਵੇਸ਼ ਕਿਰਿਆ ਜਾਂ ਨਿਵੇਸ਼ ਕਾਰਜ ਇਹ ਹੋ ਗਿਆ, ਇਹ ਜਦੋਂ ਰਾਜਨੀਤਿਕ ਪ੍ਰਣਾਲੀ ਨੂੰ ਮਿਲਦਾ ਤਾਂ ਰਾਜਨੀਤਿਕ ਪ੍ਰਣਾਲੀ ਇੱਕ ਕਿਰਿਆ ਕਰਦੀ ਹੈ ਇਹਨਾਂ ਨਿਵੇਸ਼ਾਂ 'ਤੇ। ਇਸ ਨੂੰ ਡੇਵਿਡ ਈਸਟਨ ਨੇ ਪਰਿਵਰਤਨ ਕਿਰਿਆ ਜਾਂ ਕਨਵਰਜਨ ਪ੍ਰੋਸੈਸ ਕਿਹਾ ਹੈ। ਕੀ ਕਹਿੰਦੇ ਕਿ ਹਰ ਰਾਜਨੀਤਿਕ ਪ੍ਰਣਾਲੀ ਨਿਵੇਸ਼ਾਂ ਨੂੰ ਨਿਕਾਸਾਂ 'ਚ ਬਦਲਦੀ ਹੈ ਅਤੇ ਨਿਵੇਸ਼ਾਂ ਨੂੰ ਨਿਕਾਸਾਂ 'ਚ ਬਦਲਣ ਦੀ ਇਸ ਸਮੁੱਚੀ ਪ੍ਰਕਿਰਿਆ ਨੂੰ ਹੀ ਪਰਿਵਰਤਨ ਕਿਰਿਆ ਕਿਹਾ ਜਾਂਦਾ ਹੈ। ਨਿਵੇਸ਼ਾਂ ਨੂੰ ਨਿਕਾਸਾਂ 'ਚ ਬਦਲਣ ਦੀ ਪ੍ਰਕਿਰਿਆ ਨੂੰ ਹੀ ਪਰਿਵਰਤਨ ਕਿਰਿਆ ਕਿਹਾ ਜਾਂਦਾ ਹੈ। ਹੁਣ ਐਗਜ਼ਾਮਪਲ ਦੇ ਤੌਰ 'ਤੇ ਅਗਰ ਅਸੀਂ ਗੰਨੇ ਦਾ ਜੂਸ ਪੀਣਾ ਚਾਹੁੰਦੇ ਹਾਂ ਤਾਂ ਕੀ ਹੁੰਦਾ ਹੈ ਕਿ ਵੀ ਅਸੀਂ ਜੂਸ ਕੱਢਣ ਲਈ ਮਸ਼ੀਨ ਦੇ ਵਿੱਚ ਸਭ ਤੋਂ ਪਹਿਲਾਂ ਇਨਪੁਟ ਪਾਇਆ ਜਾਂਦਾ ਹੈ, ਜਿਸ ਨੂੰ ਆਪਾਂ ਨਿਵੇਸ਼ ਕਹਿ ਸਕਦੇ ਹਾਂ ਇੱਥੇ, ਕਿ ਗੰਨਾ ਜਾਂ ਫਿਰ ਹੋਰ ਵੀ ਨਿੰਬੂ ਜਾਂ ਫਿਰ ਪੁਦੀਨਾ ਮਿਲਾ ਕੇ ਅਸੀਂ ਉਸ ਦੇ ਵਿੱਚ ਪਾਉਂਦੇ ਹਾਂ, ਰਾਈਟ। ਫਿਰ ਮਸ਼ੀਨ ਚੱਲਦਾ ਉੱਤੇ, ਉਸ ਦੇ ਵਿੱਚੋਂ ਜੂਸ ਕੱਢਦਾ ਹੈ, ਰਾਈਟ। ਫਿਰ ਉਹ ਨਿਕਾਸ ਦੇ ਵਿੱਚ ਉਹ ਜੂਸ ਸਾਨੂੰ ਮਿਲਦਾ ਹੈ। ਇਸ ਤਰ੍ਹਾਂ ਹੀ ਪ੍ਰਕਿਰਿਆ ਜਿਹੜੀ ਹੈ, ਇਹ ਨਿਵੇਸ਼ ਜੋ ਵੀ ਮਿਲਿਆ ਮੰਗਾਂ ਤੇ ਸਮਰਥਨ ਦੇ ਰੂਪ ਵਿੱਚ ਰਾਜਨੀਤਿਕ ਪ੍ਰਣਾਲੀ ਉਸ ਦੇ ਕਿਰਿਆ ਕਰਦੀ ਹੈ, ਔਰ ਇਸ ਸਮੁੱਚੀ ਪ੍ਰਕਿਰਿਆ ਨੂੰ ਹੀ ਪਰਿਵਰਤਨ ਕਿਰਿਆ ਕਿਹਾ ਜਾਂਦਾ ਹੈ। ਹੁਣ ਆ ਜਾਂਦੇ ਆਪਾਂ ਨੈਕਸਟ ਪੁਆਇੰਟ 'ਤੇ, ਇਹਦਾ ਮੇਨ ਨਿਕਾਸ, ਦੂਸਰਾ ਮੁੱਖ ਕਾਰਜ। ਪਹਿਲਾ ਨਿਵੇਸ਼ ਕਾਰਜ ਸੀ ਅਤੇ ਦੂਸਰਾ ਨਿਕਾਸ ਕਾਰਜ। ਨਿਕਾਸ ਕਾਰਜ ਤੋਂ ਭਾਵ ਹੈ ਕਿ ਉਹ ਸਾਰੇ ਕਾਨੂੰਨੀ ਫੈਸਲੇ, ਨੀਤੀਆਂ ਜਾਂ ਜੋ ਕੁਝ ਵੀ ਸਿਸਟਮ ਬਣਾਉਂਦੀ ਹੈ, ਜਿਨ੍ਹਾਂ ਦਾ ਨਿਰਮਾਣ ਹਰ ਤਰ੍ਹਾਂ ਦੇ ਨਿਵੇਸ਼ ਨੂੰ ਮੁੱਖ ਰੱਖ ਕੇ ਕੀਤਾ ਜਾਂਦਾ ਹੈ, ਉਸ ਨੂੰ ਨਿਕਾਸ ਕਿਹਾ ਜਾਂਦਾ ਹੈ। ਨਿਕਾਸ ਇਸ ਪ੍ਰਕਾਰ ਵੀ ਹੋ ਸਕਦੇ ਹਨ, ਵਿਵਹਾਰ ਨੂੰ ਨਿਯਮਿਤ ਕਰਨ ਲਈ ਨਿਯਮ ਅਤੇ ਕਾਨੂੰਨ, ਯਾਨੀ ਕਿ ਜੋ ਵੀ ਰੂਲ ਅਤੇ ਨਿਯਮ ਪੜ੍ਹਦੇ ਆ ਉਹ ਹੋ ਗਏ ਇਹਦੇ 'ਚ। ਵਸਤੂਆਂ ਅਤੇ ਸੇਵਾਵਾਂ ਦੀ ਵੰਡ ਦੇ ਰੂਪ ਵਿੱਚ ਨਿਕਾਸ, ਜੋ ਵੀ ਆਪਾਂ ਨੂੰ ਸੇਵਾਵਾਂ ਮਿਲਦੀਆਂ ਜਾਂ ਫਿਰ ਕੋਈ ਵੀ ਜੋ ਆਪਾਂ ਸੰਸਾਧਨ ਚਾਹੁੰਦੇ ਸਰਕਾਰ ਤੋਂ, ਜੋ ਸਾਡੇ ਲਾਈਫ ਨੂੰ ਵਧੀਆ ਬਣਾਉਂਦੀ ਹੈ, ਸਾਨੂੰ ਰੋਟੀ ਕੱਪੜਾ ਮਕਾਨ ਸਿਹਤ ਪੜ੍ਹਾਈ ਹਰ ਇੱਕ ਚੀਜ਼ ਸ਼ਾਮਿਲ ਹੋ ਸਕਦਾ ਇਹਦੇ 'ਚ। ਉਸ ਤੋਂ ਬਾਅਦ ਸੰਕੇਤ ਦੇ ਰੂਪ ਵਿੱਚ ਨਿਕਾਸ। ਸੰਕੇਤ ਦੇ ਵਿੱਚ ਨਿਕਾਸ ਹੈ ਕਿ ਵੀ ਕਿਸ ਤਰੀਕੇ ਨਾਲ ਜਿਹੜਾ ਅਸੀਂ ਸਮਾਰੋਹ ਜਾਂ ਨੀਤੀਆਂ ਜਾਂ ਉਦੇਸ਼ਾਂ ਦਾ ਜੋ ਸਰਕਾਰ ਐਲਾਨ ਕਰਦੀ ਹੈ ਉਸ ਦਾ ਅਸੀਂ ਪਾਲਨ ਕਰਦੇ ਹਾਂ, ਅਤੇ ਉਹ ਅਲੱਗ ਤਰ੍ਹਾਂ ਤੋਂ ਇਹ ਨਿਕਾਸ ਸਾਡੇ ਸਾਹਮਣੇ ਆਉਂਦਾ ਹੈ, ਜਿਸ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਵੀ ਬਹੁਤ ਸਾਰੀਆਂ ਸਾਡੀਆਂ ਕਦਰਾਂ ਕੀਮਤਾਂ ਵੀ ਸ਼ਾਮਿਲ ਹੁੰਦੀਆਂ ਹਨ। ਉਸ ਤੋਂ ਬਾਅਦ ਟੈਕਸ ਜਾਂ ਨਿੱਜੀ ਸੇਵਾ ਦੇ ਰੂਪ ਵਿੱਚ ਕਾਨੂੰਨ ਦੇ ਰੂਪ ਵਿੱਚ ਨਿਕਾਸ। ਇਹ ਨਿਕਾਸ ਸਾਨੂੰ ਜੋ ਵੀ ਸਾਡੇ 'ਤੇ ਟੈਕਸ ਵਗੈਰਾ ਲਗਾਏ ਜਾਂਦੇ ਨੇ ਉਸ ਦੇ ਰੂਪ ਵਿੱਚ ਆਉਂਦਾ ਹੈ, ਜਾਂ ਫਿਰ ਸੇਵਾਵਾਂ ਦੇ ਲਈ ਜੋ ਵੀ ਸਾਨੂੰ ਕਿਹਾ ਜਾਂਦਾ ਸਰਕਾਰ ਵੱਲੋਂ, ਉਹ ਇਸ ਦੇ ਵਿੱਚ ਸ਼ਾਮਿਲ ਹੁੰਦਾ ਹੈ। ਅਤੇ ਇਹ ਡੇਵਿਡ ਈਸਟਨ ਦੀ ਰਾਜਨੀਤਿਕ ਪ੍ਰਣਾਲੀ ਦਾ ਮਾਡਲ ਹੈ। ਦੇਖਦੇ ਹਾਂ ਆਪਾਂ ਸਭ ਤੋਂ ਪਹਿਲੇ ਕਿ ਵੀ ਰਾਜਨੀਤਿਕ ਪ੍ਰਣਾਲੀ ਇੱਕ ਵਾਤਾਵਰਣ 'ਚ ਕੰਮ ਕਰਦੀ ਹੈ। ਨਿਵੇਸ਼ ਦੋ ਤਰ੍ਹਾਂ ਦੇ ਨਿਵੇਸ਼ਾਂ ਹੈਗੀਆਂ, ਮੰਗ ਦੇ ਰੂਪ ਵਿੱਚ ਅਤੇ ਸਮਰਥਨ ਦੇ ਰੂਪ ਵਿੱਚ। ਇਹ ਰਾਜਨੀਤਿਕ ਪ੍ਰਣਾਲੀ ਹੈ, ਫਿਰ ਇਸ ਨੂੰ ਪ੍ਰੋਸੈਸ ਕਰਦੀ ਹੈ, ਅਤੇ ਨਿਕਾਸ ਆਉਂਦਾ ਸਾਡੇ ਕੋਲ ਦੋ ਤਰ੍ਹਾਂ ਦੇ ਨਿਰਣੈ ਅਤੇ ਨੀਤੀਆਂ। ਅਤੇ ਇੱਕ ਜਿਹੜਾ ਐਰੋ ਬਣਿਆ ਹੈ, ਇਹ ਇੱਕ ਫੀਡਬੈਕ ਲੂਪ ਹੈ। ਇਸ ਨੂੰ ਕੱਚਾ ਮਾਲ ਮੋੜ ਦੇਣ ਦੀ ਲੂਪ ਪ੍ਰਕਿਰਿਆ ਕਿਹਾ ਹੈ ਡੇਵਿਡ ਈਸਟਨ ਨੇ, ਫੀਡਬੈਕ ਲੂਪ ਮੈਕੈਨਿਜ਼ਮ। ਅਤੇ ਇਸ ਤਰੀਕੇ ਨਾਲ ਇਹ ਜਿਹੜਾ ਸਾਡਾ ਨਿਕਾਸ ਸੀ, ਇਹ ਨਿਵੇਸ਼ ਦਾ ਰੂਪ ਮੁੜ ਤੋਂ ਧਾਰਨ ਕਰ ਲੈਂਦੀ ਹੈ, ਕਿਉਂਕਿ ਕੋਈ ਵੀ ਰਾਜਨੀਤਿਕ ਪ੍ਰਣਾਲੀ ਕਿੰਨੀ ਵੀ ਕਾਬਲ ਕਿਉਂ ਨਾ ਹੋਵੇ, ਉਹ ਸਾਰੇ ਮੰਗਾਂ ਨੂੰ ਨਿਵੇਸ਼ ਪੂਰਾ ਨਹੀਂ ਕਰ ਸਕਦੀ ਹੈ, ਕਿਉਂਕਿ ਸੰਸਾਧਨ ਜਿਹੜੇ ਹੁੰਦੇ ਹਰ ਇੱਕ ਰਾਜਨੀਤਿਕ ਪ੍ਰਣਾਲੀ ਕੋਲ ਸੀਮਿਤ ਹੁੰਦੇ ਹਨ, ਲੋਕਾਂ ਦੀਆਂ ਇੱਛਾਵਾਂ ਅਸੀਮਿਤ ਹੁੰਦੀਆਂ, ਅਤੇ ਇਸ ਹਿਸਾਬ ਨਾਲ ਜਿਹੜੀਆਂ ਰਹਿ ਗਈਆਂ ਇੱਛਾਵਾਂ ਹੁੰਦੀਆਂ ਨੇ ਉਹ ਦੁਬਾਰਾ ਤੋਂ ਮੁੜ ਨਿਵੇਸ਼ ਦਾ ਰੂਪ ਧਾਰਨ ਕਰ ਲੈਂਦੀਆਂ। ਅਤੇ ਉਸ ਤੋਂ ਬਾਅਦ ਕੱਚਾ ਮਾਲ ਮੁੜ ਦੇਣ ਦੀ ਲੂਪ ਪ੍ਰਕਿਰਿਆ। ਡੇਵਿਡ ਈਸਟਨ ਅਨੁਸਾਰ ਨਿਵੇਸ਼ ਅਤੇ ਨਿਕਾਸ ਵਿੱਚ ਗੂੜਾ ਸੰਬੰਧ ਹੁੰਦਾ ਹੈ। ਨਿਕਾਸ ਦੇ ਰੂਪ ਵਿੱਚ ਰਾਜਨੀਤਿਕ ਪ੍ਰਣਾਲੀ ਜਿਹੜੇ ਫੈਸਲੇ ਕਰਦੀ ਹੈ ਉਹ ਮੁੜ ਨਿਵੇਸ਼ਨ ਲਈ ਕੱਚੇ ਮਾਲ ਦਾ ਰੂਪ ਧਾਰਨ ਕਰ ਲੈਂਦੀ ਹੈ, ਅਤੇ ਇਸ ਪ੍ਰਕਾਰ ਇਹ ਪ੍ਰਕਿਰਿਆ ਨਿਰੰਤਰ ਚੱਲਦੀ ਰਹਿੰਦੀ ਹੈ। ਇਸ ਨੂੰ ਡੇਵਿਡ ਈਸਟਨ ਕੱਚਾ ਮਾਲ ਮੁੜ ਦੇਣ ਦੀ ਲੂਪ ਪ੍ਰਕਿਰਿਆ ਆਖਦਾ ਹੈ, ਅਤੇ ਇਸ ਨੂੰ ਡੇਵਿਡ ਈਸਟਨ ਨੇ ਮਾਡਲ ਰਾਹੀਂ ਵੀ ਦਰਸਾਇਆ, ਜਿਹੜਾ ਕਿ ਆਪਾਂ ਹੁਣੇ ਦੇਖ ਚੁੱਕੇ ਹਾਂ, ਰਾਈਟ। ਸਿੱਟਾ। ਡੇਵਿਡ ਈਸਟਨ ਅਨੁਸਾਰ ਰਾਜਨੀਤਿਕ ਪ੍ਰਣਾਲੀ ਦੇ ਦੋ ਮੁੱਖ ਕੰਮ ਹਨ, ਨਿਵੇਸ਼ ਕੰਮ ਅਤੇ ਨਿਕਾਸ ਕੰਮ।
ਰਾਜਨੀਤਿਕ ਪ੍ਰਣਾਲੀ ਵਿੱਚ ਇਹ ਦੋਨੇ ਕਾਰਜ ਨਿਰੰਤਰ ਚੱਲਦੇ ਰਹਿੰਦੇ ਹਨ ਤੇ ਨਿਕਾਸ ਦਾ ਰੂਪ ਧਾਰਨ ਕਰਨ ਤੋਂ ਬਾਅਦ ਮੁੜ ਕੱਚਾ ਨਿਵੇਸ਼ ਨਿਕਾਸ ਦਾ ਰੂਪ ਧਾਰਨ ਕਰਨ ਤੋਂ ਬਾਅਦ ਮੁੜ ਕੱਚਾ ਮਾਲ ਦੇ ਰੂਪ ਵਿੱਚ ਨਿਵੇਸ਼ ਦਾ ਰੂਪ ਧਾਰਨ ਕਰਦੇ ਹਨ ਅਤੇ ਇਹ ਲੂਪ ਪ੍ਰਕਿਰਿਆ ਨਿਰੰਤਰ ਚੱਲਦਾ ਰਹਿੰਦਾ ਹੈ। ਤੇ ਉਮੀਦ ਹੈ ਦੋਸਤੋ ਕਿ ਵੀਡੀਓ ਤੁਹਾਨੂੰ ਪਸੰਦ ਆਈ ਹੈ। ਇਹ ਵੀਡੀਓ ਮੈਂ ਜ਼ਰਾ ਜਲਦੀ 'ਚ ਬਣਾ ਰਿਹਾ। ਜਲਦੀ 'ਚ ਬਣਾਉਣ ਦਾ ਰੀਜ਼ਨ ਵੀ ਹੈ ਕਿ 12 ਤਰੀਕ ਨੂੰ ਤੁਹਾਡਾ ਟੈਸਟ ਹੈ ਤੇ ਇਹ ਤੁਹਾਨੂੰ ਹੈਲਪਫੁਲ ਹੋਏਗਾ ਉਸ ਟੈਸਟ ਲਈ। ਉਮੀਦ ਹੈ ਕਿ ਤੁਸੀਂ ਇਸ ਨੂੰ ਦੇਖੋਗੇ, ਬਾਰ-ਬਾਰ ਦੇਖੋਗੇ, ਲਿਖ ਕੇ ਦੇਖੋਗੇ। ਦੋਸਤੋ ਗੱਲ ਯਾਦ ਰੱਖਣ ਵਾਲੀ ਹੈ ਕਿ ਵੀ ਜਦੋਂ ਤੁਸੀਂ ਕਿਸੇ ਚੀਜ਼ ਨੂੰ ਲਿਖਦੇ ਹੋ, ਲਿਖ ਕੇ ਵੇਖਦੇ ਹੋ, ਸੁਣਦੇ ਹੋ, ਉਸ ਨੂੰ ਲਿਖ ਕੇ ਦੇਖਦੇ ਹੋ ਤਾਂ ਇਹ ਲੰਬੇ ਸਮੇਂ ਤੱਕ ਤੁਹਾਨੂੰ ਯਾਦ ਰਹਿੰਦਾ ਹੈ ਤੇ ਇਸ ਨੂੰ ਦੁਬਾਰਾ ਰਿਕਾਲ ਕਰਨਾ ਵੀ ਬੜਾ ਆਸਾਨ ਹੋ ਜਾਂਦਾ ਹੈ। ਉਮੀਦ ਹੈ ਕਿ ਵੀ ਤੁਹਾਨੂੰ ਵੀਡੀਓ ਪਸੰਦ ਆਏਗੀ ਤੇ ਮਿਲਦੇ ਹਾਂ ਫਿਰ ਨੈਕਸਟ ਵੀਡੀਓ 'ਚ। ਟਿਲ ਦੈਨ ਟੇਕ ਕੇਅਰ, ਬਾਏ ਬਾਏ।